ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕੀਤੇ। ਆਓ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਅੜੈ ਤਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪਛਤਾਣੀ। ਪਈ ਅੜੈ ਤਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪਛਤਾਣੀ। ਹਲਤ ਪਲਤ ਦੋਵੇਂ ਗਵਾਏ, ਸੁਪਨੈ ਸੁਖ ਨ ਪਾਵਨਿਆ। ਪਈ ਅੜੈ ਧਨ ਕੰਤ ਸੰਭਾਲੇ, ਗੁਰ ਪ੍ਰਸਾਦੀ ਵੇਖੈ ਨਾਲੇ। ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸਿੰਗਾਰ ਬਨਾਵਨਿਆ। ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸਿੰਗਾਰ ਬਨਾਵਨਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 129 ਉੱਪਰ ਸੁਭਾਏਮਾਨ, ਜੋ ਪਿਛਲੇ 4 ਪਦੇ ਆਪਾਂ ਕੱਲ੍ਹ ਸਰਵਣ ਕੀਤੇ ਸੀ। ਅੱਜ ਚੌਥੇ ਪਦੇ ਦਾ ਪਾਠ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਪਵਿੱਤਰ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਆਤਮਾ, ਜੀਵ ਇਸਤਰੀ ਜਿਹੜੀ ਹੈ, ਮਾਤ ਲੋਕ ਵਿੱਚ ਆ ਕਰਕੇ ਆਪਣੇ ਪਤੀ ਪਰਮੇਸ਼ਰ ਮਾਲਕ ਨੂੰ ਭੁੱਲ ਚੁੱਕੀ ਹੈ ਔਰ ਮਾਲਕ ਨੂੰ ਤਿਆਗ ਕਰਕੇ ਹੋਰ ਥਾਂ ਥਾਂ 'ਤੇ ਭਟਕਦੀ ਹੈ। ਭਾਵੇਂ ਜੀਵ ਆਤਮਾ ਦੀ ਅਤੇ ਪਰਮੇਸ਼ਰ ਦੀ ਗੱਲ ਹੈ। ਜਿਹੜਾ ਜੀਵ ਉਸ ਪਰਮੇਸ਼ਰ ਨੂੰ ਤਿਆਗ ਕਰਕੇ ਅਨੇਕਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਅਤੇ ਹੋਰ ਕਰਮਕਾਂਡਾਂ ਪਖੰਡਾਂ ਦੇ ਵਿੱਚ ਸਮਾਂ ਲਾਉਂਦਾ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਐ ਭਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ। ਇਸ ਤਰ੍ਹਾਂ ਇਹ ਮਨੁੱਖ ਫਿਰ ਜਿਹੋ ਜਿਹਾ ਬੀਜਦਾ ਉਹੋ ਜਿਹਾ ਇਸ ਨੂੰ ਵੱਢਣਾ ਪੈਂਦਾ, ਮਤਲਬ ਭੋਗਣਾ ਪੈਂਦਾ। ਇਸ ਕਰਕੇ ਮਾਤ ਲੋਕ ਦੀ ਉਦਾਹਰਨ ਹੈ, ਜਿਵੇਂ ਕੋਈ ਇਸਤਰੀ ਪੇਕਿਆਂ ਵਿੱਚ ਰਹਿੰਦੀ ਹੋਈ ਆਪਣੇ ਮਾਲਕ ਨੂੰ ਯਾਦ ਨਾ ਕਰੇ, ਕਿਉਂਕਿ ਮਾਲਕ ਤਾਂ ਸਹੁਰਿਆਂ ਵਿੱਚ ਹੈ ਅਤੇ ਇਸਤਰੀ ਪੇਕੇ ਚਲੀ ਗਈ ਅਤੇ ਪੇਕੇ ਵੀ ਜਾ ਕੇ ਮਨਮਰਜ਼ੀ ਕਰਦੀ ਆ। ਇਸੇ ਤਰ੍ਹਾਂ ਸਾਡਾ ਮਾਲਕ ਸੱਚਖੰਡ ਵਿੱਚ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ
ਅਸੀਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਹਾਂ ਔਰ ਉਸ ਮਾਲਕ ਨੇ ਸਾਨੂੰ ਦੁਨੀਆ ਵਿੱਚ ਬੇਅੰਤ ਦਾਤਾਂ ਦੇ ਕੇ ਭੇਜਿਆ ਹੈ। ਸਾਰੇ ਜੀਵਾਂ ਨੂੰ ਉਹ ਸੰਭਾਲਣ ਵਾਲਾ ਹੈ, ਪਾਲਣ ਵਾਲਾ ਹੈ। ਪਰ ਇਹ ਜੀਵ ਇਸਤਰੀ ਜਿਹੜੀ ਹੈ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਭਾਵੇਂ ਮਾਲਕ ਨੇ ਬਹੁਤ ਸਾਰੀਆਂ ਵਸਤੂਆਂ ਦਿੱਤੀਆਂ, ਕੋਈ ਇੱਕ ਅੱਧੀ ਨਹੀਂ ਦਿੱਤੀ, ਉਹਦੇ ਪਿੱਛੇ ਫਿਰ ਗੁੱਸਾ ਕਰਦਾ ਇਹ ਜੀਵ ਇਸਤਰੀ ਗੁੱਸਾ ਕਰਦੀ ਹੈ ਕਿ ਮੈਨੂੰ ਆਹ ਕਿਉਂ ਨਹੀਂ ਦਿੱਤਾ। ਉਸ ਇੱਕ ਗੁੱਸੇ ਦੇ ਕਾਰਨ ਆਪਣੇ ਗੁਣਾਂ ਨੂੰ ਖਰਾਬ ਕਰ ਲੈਂਦੀ ਹੈ, ਪ੍ਰੇਮ ਪਿਆਰ ਨੂੰ ਖਰਾਬ ਕਰ ਲੈਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਭਲਾ ਜਿਹੜੀਆਂ ਉਹਨੇ ਚੀਜ਼ਾਂ ਦਿੱਤੀਆਂ ਉਹ ਵੀ ਖੋਹ ਲਵੇ ਅਤੇ ਜਿਹੜੀ ਤੂੰ ਮੰਗਦੀ ਹੈ ਉਹ ਵੀ ਨਾ ਦੇਵੇ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਵੀ ਨਾ ਦੇ 10 ਵੀ ਹਿਰ ਲੈ। ਹਿਰ ਲੈਣਾ ਹੁੰਦਾ ਖੋਹ ਲੈਣਾ। ਜਿਹੜੀਆਂ ਦਿੱਤੀਆਂ ਉਹ ਵੀ ਖੋਹ ਲਵੇ ਅਤੇ ਜਿਹੜੀ ਤੂੰ ਮੰਗਦੀ ਹੈ ਉਹ ਵੀ ਨਾ ਦੇਵੇ, ਫਿਰ ਤੂੰ ਉਹਦਾ ਕੀ ਕਰ ਲਏਂਗੀ। ਇੱਕ ਵੀ ਨਾ ਦੇ 10 ਵੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ, ਤੇ ਮੂਰਖ ਇਸਤਰੀ ਫਿਰ ਤੂੰ ਉਸ ਮਾਲਕ ਦਾ ਕੀ ਕਰ ਲਏਂਗੀ। ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਬਸ ਉਸ ਨੂੰ ਸਤ ਬਚਨ ਕਹਿਣਾ ਹੀ ਬਣਦਾ, ਉਹਦੇ ਅੱਗੇ ਨਮਸਕਾਰ ਕਰਨੀ ਹੀ ਬਣਦੀ ਆ, ਉਹਦੇ ਅੱਗੇ ਝੁਕਣਾ ਹੀ ਬਣਦਾ। ਸਾਰਿਆਂ ਦਾ ਮਾਲਕ ਇੱਕੋ ਪਰਮੇਸ਼ਰ ਹੈ। ਅਸੀਂ ਸਾਰੇ ਜੀਵ ਕਰਕੇ ਇਸਤਰੀਆਂ ਹਾਂ, ਆਤਮਾ ਕਰਕੇ ਇਸਤਰੀਆਂ ਹਾਂ। ਭਾਵੇਂ ਕਿ ਸੰਸਾਰ ਵਿੱਚ ਨਰ ਮਾਦਾ ਦੇ ਜੋੜੇ ਬਣਾਏ ਆ, ਉਹ ਅਲੱਗ ਗੱਲ ਹੈ ਕਿ ਸੰਸਾਰ ਨੂੰ ਭਰਿਆ ਰੱਖਣ ਵਾਸਤੇ ਪਰਮੇਸ਼ਰ ਨੇ ਇੱਕ ਜੁਗਤ ਬਣਾਈ ਆ। ਜੀਵਾਂ ਤੋਂ ਜੀਵਾਂ ਦੇ ਸਰੀਰ ਪੈਦਾ ਹੁੰਦੇ ਆ, ਪਰ ਵੀ ਜੋਤ ਉਸਨੇ ਆਪਣੀ ਰੱਖੀ ਆ। ਇਸ ਤਰ੍ਹਾਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਨੇ ਸਾਨੂੰ ਮਾਤ ਲੋਕ ਦੇ ਵਿੱਚ ਨਾਮ ਜਪਣ ਲਈ ਭੇਜਿਆ, ਪਰ ਨਾਮ ਅਸੀਂ ਜਪਦੇ ਨਹੀਂ ਅਤੇ ਗੁੱਸਾ ਅਸੀਂ ਜਿਹੜੀਆਂ ਦਾਤਾਂ ਨਹੀਂ ਦਿੱਤੀਆਂ ਉਹਨਾਂ ਪਿੱਛੇ ਬਹੁਤ ਕਰਦੇ ਹਾਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗਾ ਅਣ ਲਾਲਚ ਬਿਰਥਾ ਜਨਮ ਪ੍ਰਾਣੀ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜ ਐਸਾ ਮੁਕਦੀ ਚੱਲੀ ਰਹਿਣ। ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਫਿਰ ਤੈਨੂੰ ਪਛਤਾਉਣਾ ਪੈਣਾ ਜੇ ਅੱਜ ਤੂੰ ਮਾਲਕ ਨੂੰ ਯਾਦ ਨਹੀਂ ਕਰਦੀ। ਤੋ ਇੱਕ ਇਸਤਰੀ ਦੀ ਉਦਾਹਰਨ ਦੇ ਕੇ ਸਤਿਗੁਰਾਂ ਨੇ ਇਹ ਸ਼ਬਦ ਵਿੱਚ ਸਾਨੂੰ ਗਿਆਨ ਬਖਸ਼ਿਆ। ਜਿਵੇਂ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ, ਮਾਤਾ ਸੁਲੱਖਣੀ ਜੀ ਉਹਨਾਂ ਦੇ ਘਰ ਵਿਆਹ ਕੇ ਆਏ। ਹੁਣ ਸਤਿਗੁਰੂ ਨਾਨਕ ਦੇਵ ਜੀ ਦਾ ਸੁਭਾਅ ਸੀ ਮੋਦੀ ਖਾਨੇ 'ਤੇ ਬੈਠ ਕੇ ਮੋਦੀ ਖਾਨਾ ਚਲਾਉਣਾ, ਭਜਨ ਵਿੱਚ ਲੱਗੇ ਰਹਿਣਾ, ਸਿਮਰਨ ਵਿੱਚ ਲੱਗੇ ਰਹਿਣਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਣਾ। ਇਹ ਚੀਜ਼ ਦੇਖ ਕੇ ਮਾਤਾ ਸੁਲੱਖਣੀ ਜੀ ਨਵੇਂ ਵਿਆਹ ਕੇ ਆਏ ਅਤੇ ਗੁੱਸਾ ਕਰਦੇ ਆ, ਔਰ ਗੁੱਸਾ ਕਰਕੇ ਕਈ ਵਾਰੀ ਬੇਬੇ ਨਾਨਕੀ ਨਾਲ ਲੜ ਵੀ ਪੈਂਦੇ ਮਾਤਾ ਸੁਲੱਖਣੀ ਜੀ ਵੀ ਹਾਂ ਤੇਰਾ ਵੀਰ ਹੈ ਜਿਹੜਾ ਉਹ ਘਰੇ ਨਹੀਂ ਆਉਂਦਾ, ਸਾਰੇ ਪੈਸੇ ਉੱਥੇ ਲੁਟਾਈ ਜਾਂਦਾ, ਘਰੇ ਨਹੀਂ ਕੁਛ ਲੈ ਕੇ ਆਉਂਦਾ। ਬੇਬੇ ਨਾਨਕੀ ਨੇ ਬੜਾ ਸਮਝਾਉਣਾ ਵੀ ਉਹਦੀ ਸਾਧੂ ਬਿਰਤੀ ਹੈ, ਉਹ ਸਾਧੂ ਸੁਭਾਅ ਦਾ ਹੈ, ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ, ਤੇਰੇ ਕੋਲੇ ਕਿਸੇ ਵਸਤੂ ਦਾ ਘਾਟਾ ਥੋੜ੍ਹਾ ਹੀ ਹੈ, ਤੈਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ। ਪਰ ਇਹ ਲੜਾਈ ਵੱਧਦੀ ਉਹਦੇ ਪੇਕਿਆਂ ਤੱਕ ਗੱਲ ਪਹੁੰਚ ਗਈ ਅਤੇ ਅਖੀਰ ਮੂਲਾ ਖੱਤਰੀ ਅਤੇ ਬੇਬੇ ਚੰਦੋ ਰਾਣੀ ਮਾਤਾ ਸੁਲੱਖਣੀ ਨੂੰ ਆਪਦੇ ਪਿੰਡ ਲੈ ਗਏ। 2 ਪੁੱਤਰ ਹੋ ਗਏ ਸੀ, ਬਾਬਾ ਸ਼੍ਰੀ ਚੰਦ ਅਤੇ ਦੂਸਰਾ ਛੋਟਾ ਪੁੱਤਰ। ਅਤੇ ਸ਼੍ਰੀ ਚੰਦ ਨੂੰ ਬੇਬੇ ਨਾਨਕੀ ਕੋਲ ਛੱਡ ਗਏ ਅਤੇ ਛੋਟੇ ਪੁੱਤਰ ਨੂੰ ਨਾਲ ਲੈ ਗਏ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਉਦਾਸੀਆਂ 'ਤੇ ਪ੍ਰਚਾਰ ਕਰਨ ਨਿਕਲ ਗਏ। ਜਿਹੜੇ ਕੰਮ ਲਈ ਆਏ ਸੀ ਉਸ ਕੰਮ ਲਈ ਨਿਕਲ ਗਏ।
ਜਦੋਂ ਚੌਥੀ ਉਦਾਸੀ ਦੌਰਾਨ ਜਦੋਂ ਕਰਤਾਰਪੁਰ ਨਗਰ ਵਸਾਇਆ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆ ਰਾਵੀ ਦੇ ਕਿਨਾਰੇ, ਜਿਹੜਾ ਹੁਣ ਗੇਟ ਖੁੱਲ੍ਹਿਆ ਕਰਤਾਰਪੁਰ ਦਾ, ਉਹ ਕਰਤਾਰਪੁਰ ਵਸਾਇਆ ਰਾਵੀ ਦੇ ਕੰਢੇ ਤੇ ਉੱਥੋਂ ਵਸਾ ਕਰਕੇ ਪਿੰਡ ਤੇ ਪਾਤਸ਼ਾਹ ਬਟਾਲਾ ਸਾਹਿਬ ਆ ਗਏ, ਸਹੁਰੇ ਪਿੰਡ। ਤੇ ਬਾਹਰ ਇੱਕ ਚੌਧਰੀਆਂ ਦਾ ਖੂਹ ਹੈ ਅਜਿੱਤੇ ਰੰਧਾਵੇ ਦਾ, ਉਹਨਾਂ ਦੇ ਖੂਹ 'ਤੇ ਬੈਠ ਗਏ। ਪਰਿਵਾਰ ਨੂੰ ਪਤਾ ਲੱਗਿਆ, ਮੂਲਾ ਖੱਤਰੀ ਆਇਆ, ਭੱਜਿਆ। ਕਿਸੇ ਨੇ ਦੱਸਿਆ ਵੀ ਤੁਹਾਡਾ ਜਵਾਈ ਹੈ ਜਿਹੜਾ ਨਨਕਾਣਾ ਸਾਹਿਬ ਵਾਲਾ ਨਾਨਕ, ਉਹ ਖੂਹ 'ਤੇ ਬੈਠਾ, ਸਾਧ ਬਣਿਆ ਹੋਇਆ ਉਹ ਤਾਂ। ਭਾਵੇਂ ਕਿ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ, ਪਰ ਅੱਜ ਅੱਖੀਂ ਵੇਖ ਲਿਆ ਕਿਸੇ ਨੇ ਜਾ ਕੇ ਦੱਸਤਾ। ਮੂਲੇ ਖੱਤਰੀ ਨੂੰ ਗੁੱਸਾ ਆਇਆ, ਉਹ ਆ ਕੇ ਲੜਨ ਲੱਗਿਆ ਵੀ ਰਹਿੰਦੀ ਖੂੰਹਦੀ ਇੱਜ਼ਤ ਸਾਡੇ ਪਿੰਡ ਵਿੱਚ ਆ, ਸਾਧ ਬਣ ਕੇ ਆ ਗਏ ਆ, ਚੰਗਿਆ ਨਹੀਂ ਕੀਤਾ, ਮੇਰੀ ਬੇਇੱਜ਼ਤੀ ਕਰਾਤੀ ਪਿੰਡ 'ਚ, ਕਿਉਂਕਿ ਉਹ ਲੋਕਾਚਾਰੀ ਵੇ ਸੀ। ਉਹਦੇ ਮਗਰੇ ਹੀ ਮਾਤਾ ਚੰਦੋ ਰਾਣੀ ਸਤਿਗੁਰਾਂ ਦੀ ਸੱਸ ਵੀ ਆ ਗਈ, ਉਹ ਵੀ ਲੜਨ ਲੱਗੀ। ਹੌਲੀ ਜਿਵੇਂ ਪਤਾ ਲੱਗਿਆ, ਅਜਿੱਤਾ ਰੰਧਾਵਾ ਚੌਧਰੀ ਉਹ ਵੀ ਆ ਗਿਆ ਔਰ ਇਹਨਾਂ ਨੂੰ ਲੜਨ ਤੋਂ ਵਰਜਦਾ। ਇਤਨੇ ਬੀਬੀ ਸੁਲੱਖਣੀ ਵੀ ਮਗਰੇ ਹੀ ਆ ਗਈ। ਜਿਵੇਂ ਚੰਦੋ ਰਾਣੀ ਭਾਵ ਸੱਸ ਲੜਨ ਲੱਗੀ, ਉਵੇਂ ਬੀਬੀ ਸੁਲੱਖਣੀ ਵੀ ਲੜਨ ਲੱਗੀ। ਤੇ ਭਾਈ ਅਜਿੱਤਾ ਰੰਧਾਵਾ ਕਹਿੰਦਾ, ਭੈਣੇ ਤੂੰ ਨਾ ਲੜ, ਤੇਰਾ ਹੱਕ ਨਹੀਂ ਬਣਦਾ ਲੜਨ ਦਾ, ਤੇਰਾ ਇਹਦੇ ਬਿਨਾਂ ਸਰਨਾ ਨਹੀਂ, ਕੱਲ੍ਹ ਨੂੰ ਤੈਨੂੰ ਇਹਦੇ ਕੋਲ ਹੀ ਜਾਣਾ ਪੈਣਾ, ਤੇਰਾ ਪਤੀ ਹੈ ਇਹ, ਤੂੰ ਇਹਦੇ ਨਾਲ ਨਾ ਲੜ। ਜੇ ਤੂੰ ਬਹੁਤੀ ਔਖੀ ਹੈ, ਖਾਣ ਪੀਣ ਨੂੰ ਨਹੀਂ ਮਿਲਦਾ, ਤਾਂ ਸਾਡੇ ਘਰ ਰਹਿ ਪਾ। ਤਾਂ ਮੂਲਾ ਖੱਤਰੀ ਕਹਿੰਦਾ, ਆਹੋ ਜਿਹੜੀ ਰਹਿੰਦੀ ਖੁੰਦੀ ਆ ਉਹ ਤੂੰ ਖਰਾਬ ਕਰ ਦੇ, ਲੋਕ ਕਹਿਣਗੇ ਕੁੜੀ ਨੂੰ ਰੋਟੀ ਨਹੀਂ ਖਵਾ ਸਕਿਆ ਮੂਲਾ ਖੱਤਰੀ, ਕਹੋ ਸਤਨਾਮ ਸ੍ਰੀ, ਰਹਿੰਦੀ ਤੂੰ ਖਰਾਬ ਕਰ ਦੇ। ਅਖੀਰ ਕਹਿੰਦੇ ਬੇਬੇ ਸੁਲੱਖਣੀ ਰੋਣ ਲੱਗੀ ਤੇ ਰੋਂਦੀ ਹੋਈ ਕਹਿਣ ਲੱਗੀ, ਵੇਖ ਮੇਰੀ ਗੱਲ ਸੁਣੋ ਕਿ ਮੈਨੂੰ ਲੈ ਚੱਲੋ ਇੱਥੋਂ। ਤੇ ਧੰਨ ਗੁਰੂ ਨਾਨਕ ਦੇਵ ਜੀ ਉਹੀ ਜਿਹੜੀ ਗੱਲ ਪਹਿਲਾਂ ਦੱਸਦੇ ਆ ਹਰੇਕ ਨੂੰ, ਬਈ ਮੇਰੇ ਕੋਲ ਤਾਂ ਗਰੀਬੀ ਆ। ਜਿਵੇਂ ਮਰਦਾਨੇ ਨੂੰ ਵੀ ਦੱਸਿਆ ਸੀ ਗਰੀਬੀ ਆ, ਅਸਲ ਦੇ ਵਿੱਚ ਤਾਂ ਸਤਿਗੁਰੂ ਤਾਂ ਅਮੀਰ ਹੈ, ਸ੍ਰਿਸ਼ਟੀ ਦੇ ਮਾਲਕ ਹੈ, ਪਰ ਦਿਖਾਵਾ ਨਹੀਂ ਕਰਦੇ ਤੇ ਬੰਦੇ ਨੂੰ ਗੱਲ ਦੀ ਹੋਰ ਸਮਝ ਆਉਂਦੀ ਆ। ਤੋ ਮਾਤਾ ਸੁਲੱਖਣੀ ਕਹਿਣ ਲੱਗੀ, ਗੱਲ ਸੁਣੋ, ਭਾਵੇਂ ਗਰੀਬੀ ਹੈ, ਭਾਵੇਂ ਕੁਛ ਹੈ, ਮੈਂ ਤੇਰੇ ਘਰ ਭੁੱਖੀ ਰਹਿ ਕੇ ਵੀ ਦੋ ਡੰਗ ਸਾਰ ਲੂੰਗੀ, ਪਰ ਇੱਥੇ ਜਿਹੜੇ ਮੈਨੂੰ ਤਾਨੇ ਮਿਲਦੇ ਆ ਨਾ ਪੇਕਿਆਂ ਵਿੱਚ, ਇਹ ਨਹੀਂ ਮੈਥੋਂ ਝੱਲੇ ਜਾਂਦੇ। ਕੋਈ ਗਵਾਂਢਣ ਤਾਈ ਆ ਗਈ, ਕੋਈ ਗਵਾਂਢਣ ਚਾਚੀ ਆ ਗਈ, ਕੋਈ ਹੋਰ ਆ ਗਈ, ਕੁੜੇ ਤੂੰ ਹਜੇ ਗਈ ਨਹੀਂ ਸਹੁਰੇ, ਬਸ ਇੰਨੀ ਹੀ ਗੱਲ ਬਹੁਤ ਹੈ। ਤੇ ਬੜੀ ਸ਼ਰਮ ਆਉਂਦੀ ਹੈ ਉਸ ਬੱਚੇ ਨੂੰ ਜਿਹੜੀ ਗੁੱਸੇ ਹੋ ਕੇ ਪੇਕੇ ਬੈਠੀ ਹੋਵੇ, ਕਹੋ ਸਤਨਾਮ ਸ੍ਰੀ। ਤੇ ਐਸੀ ਸ਼ਰਮ ਸਤਿਗੁਰੂ ਅਮਰਦਾਸ ਜੀ ਨੂੰ ਉਦੋਂ ਆਈ ਜਦੋਂ ਉਹਨਾਂ ਦੇ ਦੋਸਤ ਮਿੱਤਰ ਨੇ, ਬ੍ਰਹਮਚਾਰੀ ਨੇ ਪੁੱਛਿਆ, ਅਮਰਦਾਸ ਤੇਰਾ ਗੁਰੂ ਕੌਣ ਆ? ਤੇ ਅਮਰਦਾਸ ਜੀ ਕਹਿੰਦੇ, ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ ਦੇ ਯਾਤਰੀ, ਆਪਾਂ ਨੂੰ ਗੰਗਾ ਤਾਰੂਗੀ। ਤਾਂ ਗੁਰੂ ਪਿਆਰਿਓ, ਬ੍ਰਹਮਚਾਰੀ ਅੱਧੀ ਰਾਤ ਨੂੰ ਜੋੜੇ ਪਾ ਕੇ ਆਪਣੇ ਤੁਰ ਗਿਆ ਉੱਠ ਕੇ ਉਹਨਾਂ ਦੇ ਘਰੋਂ। ਕਹਿੰਦਾ, ਮੈਂ ਤਾਂ ਨਗੋਰੇ ਦੀ ਸੰਗਤ ਕਰਕੇ ਬਹੁਤ ਮਾੜਾ ਕੰਮ ਕੀਤਾ, ਤੂੰ ਹਜੇ ਆਪਣੇ ਮਾਲਕ ਨਾਲ ਨਹੀਂ ਜੁੜਿਆ, ਗੁਰੂ ਵਾਲਾ ਨਹੀਂ ਬਣਿਆ। ਕਿੰਨੀ ਸ਼ਰਮ ਆਈ ਉਸ ਦਿਨ ਗੁਰੂ ਅਮਰਦਾਸ ਜੀ ਨੂੰ। ਸਾਰੀ ਰਾਤ ਤੜਫਣੀ ਲੱਗੀ ਰਹੀ ਕਿ ਮੈਂ ਜਲਦੀ ਤੋਂ ਜਲਦੀ ਗੁਰੂ ਵਾਲਾ ਬਣਾ, ਕਿਉਂਕਿ ਗੁਰੂ ਵਿਚੋਲਾ ਹੀ ਸਹੁਰਿਆਂ ਵਾਲੇ ਪਤੀ ਪਰਮੇਸ਼ਰ ਨਾਲ ਜੋੜਦਾ, ਵਿਚੋਲੇ ਦੀ ਬੜੀ ਲੋੜ ਆ। ਤੇ ਅਖੀਰ ਗੁਰੂ ਪਿਆਰਿਓ, ਉਹਨਾਂ ਨੇ ਬੀਬੀ ਅਮਰੋ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਦੇ ਜਾ ਕੇ ਚਰਨੀ ਲੱਗਣਾ ਕੀਤਾ। ਉਸੇ ਤਰ੍ਹਾਂ ਹੀ ਸਾਡੀਆਂ ਜੀਵ ਆਤਮਾ ਜਿਹੜੀਆਂ, ਇਹਨਾਂ ਨੂੰ ਗੁਰੂ ਵਿਚੋਲੇ ਦੀ ਲੋੜ ਹੈ ਤੇ ਗੁਰੂ ਦੇ ਰਾਹੀਂ ਇਹ ਪਰਮੇਸ਼ਰ ਨਾਲ ਮਿਲ ਸਕਦੀਆਂ। ਅਖੀਰ ਗੁਰੂ ਨਾਨਕ ਦੇਵ ਜੀ ਕਹਿੰਦੇ, ਮੇਰੇ ਘਰ ਤਾਂ ਗਰੀਬੀ ਹੈ, ਸੁਲੱਖਣੀ ਦੇਖ ਲਾ, ਜੇ ਮਨਜ਼ੂਰ ਹੈ ਤੇ ਚੱਲ। ਕਹਿਣ ਲੱਗੀ, ਤੇਰੇ ਘਰ ਮੈਂ ਗਰੀਬੀ ਕੱਟ ਲੂੰਗੀ, ਉੱਥੇ ਮੈਨੂੰ ਮਾਣ ਹੈ ਕਿ ਮੈਂ ਆਪਣੇ ਮਾਲਕ ਦੇ ਨਾਲ ਰਹਿੰਦੀ ਹਾਂ, ਪਰ ਇੱਥੇ ਮੈਨੂੰ ਤਾਨੇ ਉਲਾਂਭੇ ਮਿਲਦੇ ਆ। 100 ਉਲਾਂਭੇ ਦਿਨੇ ਕੇ ਸਾਨੂੰ ਵੀ ਮਿਲਣਗੇ, 100 ਉਲਾਂਭੇ ਦਿਨੇ ਕੇ ਰਾਤੀ ਮਿਲ ਸਹੰਸ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ,
ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਇਸਤਰੀ ਜਿਹੜੀ ਹੈ ਮਾਤ ਲੋਕ ਰੂਪੀ ਪੇਕਿਆਂ ਵਿੱਚ ਆ ਕੇ ਮਾਲਕ ਨੂੰ ਭੁੱਲ ਗਈ ਆ ਅਤੇ ਮਾਲਕ ਤੋਂ ਬਗੈਰ ਇਹਦੀ ਗਤੀ ਨਹੀਂ। ਅਤੇ ਅਖੀਰ ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਜਦੋਂ ਬੀਬੀ ਸੁਲੱਖਣੀ ਰੋ ਕੇ ਕਹਿਣ ਲੱਗੀ ਮੈਨੂੰ ਆਪਣੇ ਨਾਲ ਲੈ ਕੇ ਚੱਲੋ, ਮੈਥੋਂ ਇੱਥੇ ਤਾਹਨੇ ਨਹੀਂ ਸੁਣੇ ਜਾਂਦੇ, ਤਾਂ ਪਾਤਸ਼ਾਹ ਕਹਿੰਦੇ ਫਿਰ ਲੈ ਆ ਬੱਚਿਆਂ ਨੂੰ। ਅਤੇ ਬੀਬੀ ਸੁਲੱਖਣੀ ਘਰੋਂ ਆਪਣੇ ਪੁੱਤਰਾਂ ਨੂੰ ਨਾਲ ਲਿਆਈ ਅਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਪਾਤਸ਼ਾਹ ਜੀ ਜਾ ਕਰਕੇ ਕਰਤਾਰਪੁਰ ਵਸੇ। ਫਿਰ ਤਾਂ ਬਾਕੀ ਜ਼ਿੰਦਗੀ ਸਾਰੀ ਸਤਿਗੁਰੂ ਨੇ ਕਰਤਾਰਪੁਰ ਹੀ ਬਤੀਤ ਕੀਤੀ। ਉੱਥੇ ਬਾਬਾ ਸ਼੍ਰੀ ਚੰਦ ਵਰਗੇ ਵੱਡੇ ਵੱਡੇ ਹੋ ਗਏ, ਉੱਥੇ ਹੀ ਪਾਲਣਾ ਪੋਸ਼ਣਾ ਹੋਈ ਇਹਨਾਂ ਦੀ ਸਾਰੇ ਪਰਿਵਾਰ ਦੀ। ਤੋ ਇਸੇ ਤਰ੍ਹਾਂ ਹੀ ਇਹ ਇੱਕ ਉਦਾਹਰਨ ਹੈ ਕਿ ਇਹ ਜੀਵ ਇਸਤਰੀ ਜਿਹੜੀ ਹੈ ਮਾਤ ਲੋਕ ਰੂਪੀ ਪੇਕਿਆਂ ਦੇ ਵਿੱਚ ਆਪਣੇ ਮਾਲਕ ਨੂੰ ਯਾਦ ਨਹੀਂ ਕਰਦੀ। ਪਈ ਅੜੈ ਧਨ ਭਰਮ ਭੁਲਾਣੀ, ਭਰਮਾਂ ਭੁਲੇਖਿਆਂ ਵਿੱਚ ਬੈਠ ਕੇ ਦੂਜੇ ਲਾਗੀ ਫਿਰ ਪਛਤਾਣੀ। ਆਪਣੇ ਪਤੀ ਪਰਮੇਸ਼ਰ ਨੂੰ ਭੁਲਾ ਕਰਕੇ ਸੰਸਾਰ ਦੇ ਰਸਾਂ ਕਸਾਂ ਵਿੱਚ ਕਰਮ ਕਾਂਡਾਂ ਵਿੱਚ ਫਸ ਗਈ ਆ। ਅਖੀਰ ਇਹਨੂੰ ਪਛਤਾਉਣਾ ਪੈਂਦਾ ਕਿਉਂਕਿ ਪੇਕੇ ਸਦਾ ਨਹੀਂ ਰਹਿੰਦੇ ਅਤੇ ਸਹੁਰਿਆਂ ਦਾ ਰਾਹ ਨਹੀਂ ਵੇਖਿਆ। ਕੋਈ ਸਤਨਾਮ ਅਤੇ ਰਾਹ ਵਿਖਾਊਗਾ ਗੁਰੂ। ਜਿੰਨਾ ਚਿਰ ਗੁਰੂ ਵਾਲਾ ਬਣ ਕੇ ਜੀਵ ਇਸਤਰੀ ਜਿਹੜੀ ਹੈ ਗੁਰੂ ਵਾਲੀ ਬਣ ਕੇ ਮਾਲਕ ਦੇ ਘਰ ਨੂੰ ਜਾਣ ਨਹੀਂ ਲੈਂਦੀ, ਓਨਾ ਚਿਰ ਇਹਦਾ ਆਉਣਾ ਬੇਕਾਰ ਹੈ। ਹਲਤ ਪਲਤ ਦੋਵੇਂ ਗਵਾਏ। ਅਤੇ ਇਸ ਤਰ੍ਹਾਂ ਇਸ ਜੀਵ ਇਸਤਰੀ ਨੇ ਭਾਵ ਆਪਾਂ ਲੋਕ ਵੀ ਖਰਾਬ ਕਰ ਲਿਆ ਅਤੇ ਪਰਲੋਕ ਵੀ ਨਾ ਲੱਭਿਆ, ਕਿਉਂਕਿ ਲੋਕ ਵੀ ਸਦਾ ਰਹਿ ਨਹੀਂ ਸਕਦੇ। ਭਾਵੇਂ ਕਿਸੇ ਦੀ ਕਿੱਡੀ ਵੀ ਲੰਬੀ ਉਮਰ ਹੈ, ਇੱਕ ਦਿਨ ਮਰਨਾ ਹੈ। ਰਾਵਣ ਵੀ ਮਰ ਗਿਆ, ਜਿਹੜਾ ਕਹਿੰਦਾ ਸੀ ਮੈਂ ਮੌਤ ਨੂੰ ਵੱਸ ਕਰ ਲਿਆ, ਉਹ ਵੀ ਨਹੀਂ ਬਚਿਆ। ਹਜ਼ਾਰਾਂ ਸਾਲਾਂ ਦੀ ਉਮਰ ਵਾਲੇ ਵੀ ਮਰ ਗਏ, ਲੱਖਾਂ ਸਾਲਾਂ ਦੀ ਉਮਰ ਵਾਲੇ ਵੀ ਤੁਰ ਗਏ ਦੁਨੀਆ 'ਚੋਂ। ਸਾਡੀ ਤਾਂ ਉਮਰ ਹੀ ਸਾਰੀ 100 ਸਾਲ ਦੇ ਵਿੱਚ ਹੈ ਅਤੇ ਕਿਸੇ ਨੂੰ 100 ਸਾਲ ਮਿਲਦੀ ਵੀ ਨਹੀਂ। ਤੋ ਇਹ ਸਾਡੀ ਜੀਵ ਆਤਮਾ ਨੇ ਇੱਥੇ ਰਹਿੰਦੇ ਹੋਏ ਆਪਣੇ ਪਤੀ ਨੂੰ ਵਿਸਾਰ ਦਿੱਤਾ ਹੈ। ਹਲਤ ਪਲਤ ਦੋਵੇਂ ਗਵਾਏ। ਫਿਰ ਉਹਦਾ ਲੋਕ ਅਤੇ ਪਰਲੋਕ, ਸਹੁਰੇ ਅਤੇ ਪੇਕੇ ਦੋਨੇ ਹੀ ਹੱਥੋਂ ਨਿਕਲ ਜਾਂਦੇ ਆ। ਕਹੋ ਸਤਨਾਮ। ਸਹੁਰਿਆਂ ਨੂੰ ਸੰਭਾਲਿਆ ਨਹੀਂ ਅਤੇ ਪੇਕਿਆਂ ਵਿੱਚ ਰਹਿ ਨਹੀਂ ਸਕਦੀ। ਭਾਵ ਅਸੀਂ ਜਿਉਂਦੇ ਰਹਿ ਨਹੀਂ ਸਕਦੇ, ਇੱਕ ਦਿਨ ਮਰਨਾ ਹੈ ਅਤੇ ਮਰਨ ਤੋਂ ਪਹਿਲਾਂ ਆਪਣੇ ਪਤੀ ਪਰਮੇਸ਼ਰ ਦਾ ਘਰ ਵੇਖਿਆ ਨਹੀਂ। ਗੁਰੂ ਨੂੰ ਪੁੱਛ ਕੇ ਦੇਖਣਾ ਸੀ ਨਾ ਵਿਚੋਲੇ ਦੇ ਰਾਹੀਂ, ਅਤੇ ਵਿਚੋਲੇ ਨੂੰ ਅਸੀਂ ਮਿਲਦੇ ਨਹੀਂ। ਕਈਆਂ ਨੇ ਕਵਿਤਾਵਾਂ ਬਣਾਤੀਆਂ ਦਿਲ ਸਾਫ਼ ਹੋਣਾ ਚਾਹੀਦਾ। ਫਿਰ ਗੁਰੂ ਗੋਬਿੰਦ ਸਿੰਘ ਦਾ ਦਿਲ ਸਾਫ਼ ਨਹੀਂ ਸੀਗਾ, ਉਹਨਾਂ ਨੇ ਵੀ ਅੰਮ੍ਰਿਤ ਛਕਿਆ। ਕਹੋ ਸਤਨਾਮ ਸ੍ਰੀ। ਉਹ ਤਾਂ ਖੁਦ ਪਰਮੇਸ਼ਰ ਸੀ, ਪਰ ਜਿਹੜੀ ਰੀਤ ਉਹਨਾਂ ਨੇ ਚਲਾਈ ਗੁਰੂ ਵਾਲੇ ਬਣਨ ਦੀ, ਉਸ ਰੀਤ ਵਿੱਚ ਸਾਨੂੰ ਵੀ ਆਉਣਾ ਪੈਣਾ। ਉਹਨਾਂ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਹਨਾਂ ਤੋਂ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਾਮ ਧਰਾਉਣਾ ਕੀਤਾ, ਗੋਬਿੰਦ ਸਿੰਘ ਬਣਨਾ ਕੀਤਾ। ਅਤੇ ਅਸੀਂ ਉਹੀ ਸਿੰਘ ਧਰਾਈ ਫਿਰਦੇ ਹਾਂ, ਸਿੰਘ ਬਣਨ ਨੂੰ ਤਿਆਰ ਹੀ ਨਹੀਂ। ਕਹੋ ਸਤਨਾਮ ਸ੍ਰੀ। ਅਸੀਂ ਉੱਦਾਂ ਹੀ ਮਗਰ ਸਿੰਘ ਨਾਮ ਲਾ ਲਿਆ। ਸਿੰਘ ਨਾਮ ਹੀ ਉਦੋਂ ਮਿਲਦਾ ਜਦੋਂ ਅੰਮ੍ਰਿਤ ਛਕ ਲਵੇ। ਪਰ ਚਲੋ ਇਹ ਗੁਰਮਤਿ ਦੇ ਮਾਰਗ ਦੀ ਇਹ ਵੀ ਇੱਕ ਰੀਤ ਬਣ ਗਈ ਹੈ ਕਿ ਜਿਹੜਾ ਸਿੱਖਾਂ ਦੇ ਘਰੇ ਪੈਦਾ ਹੋਊਗਾ ਉਹਦੇ ਨਾਮ ਦੇ ਨਾਲ ਸਿੰਘ ਲਾਉਣਾ ਚਾਹੀਦਾ। ਜਿਹੜਾ ਹਿੰਦੂਆਂ ਦੇ ਘਰੇ ਪੈਦਾ ਹੋਊਗਾ ਉਹਦੇ ਨਾਮ ਦੇ ਨਾਲ ਰਾਮ ਲਾਉਣਾ ਚਾਹੀਦਾ, ਦੇਵ ਲਾਉਣਾ ਚਾਹੀਦਾ। ਮੁਸਲਮਾਨ ਬੱਚਿਆਂ ਦੇ ਨਾਮ ਦੇ ਨਾਲ ਮੁਹੰਮਦ ਲਾ ਲੈਂਦੇ ਆ। ਤਾਂ ਇਹ ਤੋਂ ਪਛਾਣ ਹੁੰਦੀ ਹੈ ਵੀ ਇਹ ਫਲਾਨੀ ਕੈਟਾਗਰੀ ਦਾ ਬੱਚਾ ਹੈ। ਇਸੇ ਤਰ੍ਹਾਂ ਸਿੰਘ ਲੱਗਦਾ ਸਾਡੇ ਨਾਮ ਦੇ ਨਾਲ ਵੀ ਅਸੀਂ ਗੁਰੂ ਨਾਨਕ ਦੇ ਪੰਥ ਦੇ ਬੱਚੇ ਹਾਂ। ਪਰ ਸਿੰਘ ਇੱਥੇ ਬਣਨਾ ਵੀ ਪੈਣਾ, ਇਕੱਲਾ ਨਾਮ ਲਾਇਆ ਗੱਲ ਨਹੀਂ ਬਣਨੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਈ ਅੜੈ ਤਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪਛਤਾਣੀ। ਮਾਲਕ ਨੂੰ ਛੱਡ ਕੇ ਥਾਂ ਥਾਂ ਭਟਕਦੀ ਹੈ, ਫਿਰ ਅਖੀਰ ਪਛਤਾਉਣਾ ਪੈਂਦਾ। ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਨਿਆ। ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦੇ ਜਿਹੜੇ ਮਾਲਕ ਨੂੰ ਭੁੱਲ ਜਾਂਦੇ ਆ। ਤਾਂ ਤੇ ਪਈ ਅੜੈ ਧਨ ਕੰਤ ਸੰਭਾਲੇ। ਆਪਾਂ ਧਨ ਕਹਿੰਦੇ ਆ ਜੀਵ ਇਸਤਰੀ ਨੂੰ। ਆਪਾਂ ਸੰਸਾਰ ਰੂਪੀ ਪੇਕਿਆਂ ਵਿੱਚ ਰਹਿ ਕੇ ਮਾਲਕ ਨੂੰ ਯਾਦ ਕਰੀਏ।
ਸਵਾਸ ਸਵਾਸ ਉਹਦੀ ਯਾਦ ਵਿੱਚ ਬਤੀਤ ਕਰੀਏ। ਆ ਬੱਚੀਆਂ ਪੁਰਾਣੇ ਸਮਿਆਂ ਦੇ ਮੁਤਾਬਕ ਸਾਉਣ ਦੇ ਵਿੱਚ ਪੇਕੇ ਜਾਂਦੀਆਂ, ਉੱਥੇ ਤੀਆਂ ਲੱਗਦੀਆਂ, ਪੀਂਘਾਂ ਝੂਟਦੀਆਂ, ਹੋਰ ਬੱਚੀਆਂ ਸਾਰੀਆਂ ਇਕੱਠੀਆਂ ਹੋ ਜਾ ਕੇ ਇੱਕ ਦੂਜੇ ਨੂੰ ਮਿਲਦੀਆਂ। ਪਰ ਬਹੁਤੀਆਂ ਬੱਚੀਆਂ ਉੱਥੇ ਜਾ ਕੇ ਵੀ ਆਪਣੇ ਪਿੱਛੇ ਸਹੁਰਿਆਂ ਵਿੱਚ ਬੈਠੇ ਪਤੀ ਨੂੰ ਯਾਦ ਰੱਖਦੀਆਂ ਅਤੇ ਕਈ ਭੁੱਲ ਜਾਂਦੀਆਂ। ਕਹੋ ਸਤਿਨਾਮ ਸ੍ਰੀ। ਅਤੇ ਜਿਹੜੀਆਂ ਭੁੱਲ ਜਾਂਦੀਆਂ ਉਹ ਆਪਣਾ ਲੋਕ ਪਰਲੋਕ ਖਰਾਬ ਕਰ ਲੈਂਦੀਆਂ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਸਾਨੂੰ ਦੁਨੀਆ ਵਿੱਚ ਭੇਜਿਆ ਇਹ ਤਮਾਸ਼ਾ ਵੇਖਣ ਲਈ, ਪਰ ਅਸੀਂ ਤਮਾਸ਼ਾ ਵੇਖਦੇ ਵੇਖਦੇ ਤਮਾਸ਼ੇ ਵਿੱਚ ਹੀ ਫਸ ਗਏ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਇਸ ਮੂਰਖ ਨੇ ਨਾਮ ਹੀ ਵਿਸਾਰਤਾ। ਸ਼੍ਰੋਮਣੀ ਵਸਤੂ ਜਿਹੜਾ ਨਾਮ ਸੀ ਇਹਦੇ ਮਾਲਕ ਦਾ, ਇਹ ਮਾਲਕ ਦਾ ਨਾਮ ਹੀ ਭੁੱਲ ਗਈ ਜੀਵ ਇਸਤਰੀ। ਅਤੇ ਕੱਲ੍ਹ ਨੂੰ ਕੀ ਦੱਸੂਗੀ ਮੇਰਾ ਮਾਲਕ ਕੌਣ ਆ? ਭਟਕ ਜਾਣਾ ਟੇਢੀਆਂ ਜੂਨਾਂ ਵਿੱਚ ਪੈ ਕੇ। ਪਈ ਅੜੈ ਧਨ ਕੰਤ ਸੰਭਾਲੇ, ਗੁਰ ਪ੍ਰਸਾਦੀ ਵੇਖਾਂ ਨਾਲੇ। ਦੂਰ ਬੈਠੀ ਵੀ ਯਾਦ ਕਰੇ ਕਿ ਮੇਰਾ ਪਤੀ ਮੈਨੂੰ ਵੇਖ ਰਿਹਾ। ਜੇ ਕੋਈ ਪਤੀ ਦਾ ਪਿੱਛਾ ਟਿਕਾਵੇ ਬੱਚੀ ਤਾਂ ਉਹਦਾ ਜੀਵਨ ਬਰਬਾਦ ਹੋ ਸਕਦਾ। ਕਿਤੇ ਵੀ ਬੈਠੀ ਹੋਵੇ ਪਤੀ ਦੇ ਡਰ ਵਿੱਚ ਹੋਵੇ। ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਆ ਕਿ ਅਸੀਂ ਕੁਛ ਵੀ ਕਰਦੇ ਹੋਈਏ ਗੁਰੂ ਦੇ ਪਰਮੇਸ਼ਰ ਦੇ ਡਰ ਵਿੱਚ ਹੋਈਏ, ਵੀ ਗੁਰੂ ਪਰਮੇਸ਼ਰ ਸਾਨੂੰ ਵੇਖਦਾ ਹੈ। ਅਸੀਂ ਕੋਈ ਐਸਾ ਕੰਮ ਨਾ ਕਰੀਏ ਕਿ ਜਿਹਦੇ ਨਾਲ ਸਾਡਾ ਪਤੀ ਪਰਮੇਸ਼ਰ ਜਾਂ ਗੁਰੂ ਗੁੱਸੇ ਹੋ ਜਾਵੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰਾਂ ਨੇ ਰਹਿਤ ਮਰਜ਼ਾਦਾ ਦੱਸੀ। ਸਤਿਗੁਰਾਂ ਨੇ ਇੱਕ ਰਹਿ ਦੱਸੀ ਵੀ ਸਿੱਖ ਨੇ ਤੰਬਾਕੂ ਨੂੰ ਹੱਥ ਨਹੀਂ ਲਾਉਣਾ, ਤੰਬਾਕੂ ਨਹੀਂ ਵਰਤਣਾ। ਜਦੋਂ ਇਹ ਰਹਿਤ ਸਾਨੂੰ ਰੱਖਣੀ ਚਾਹੀਦੀ ਆ, ਰੱਖਦੇ ਆ। ਮੁਗਲਾਂ ਦੇ ਰਾਜ ਵਿੱਚ ਇੱਕ ਗੁਰੂ ਕਾ ਸਿੰਘ ਹੋਇਆ, ਭਾਈ ਜੈ ਸਿੰਘ। ਇਹ ਜੈ ਸਿੰਘ ਗੁਰੂ ਪਿਆਰਿਓ ਰਵਿਦਾਸੀਏ ਸਿੰਘਾਂ ਵਿੱਚੋਂ ਹੋਇਆ। ਇਹ ਜੈ ਸਿੰਘ ਨੂੰ ਇੱਕ ਦਿਨ ਮਜ਼ਦੂਰੀ ਦੇ ਤੌਰ 'ਤੇ ਮਜ਼ਦੂਰੀ ਕਰਦਾ ਸੀਗਾ, ਸੱਦ ਲਿਆ ਮੁਗਲਾਂ ਨੇ, ਤੁਰਕਾਂ ਨੇ, ਮੁਸਲਮਾਨਾਂ ਨੇ ਸੱਦ ਲਿਆ ਵੀ ਜੈ ਸਿੰਘ ਸਾਡਾ ਕੰਮ ਕਰ। ਕਹਿੰਦੇ ਕੀ? ਕਹਿੰਦੇ ਵੀ ਆਹ ਜਿਹੜੀ ਪੰਡ ਪਈ ਹੈ ਨਾ, ਇਹ ਚੱਕ ਕੇ ਸੂਬੇਦਾਰ ਕੋਲੇ ਫਲਾਣੇ ਥਾਂ ਛੱਡ ਕੇ ਆ, ਤੈਨੂੰ ਮਜ਼ਦੂਰੀ ਦੇ ਦਿਆਂਗੇ। ਭਾਈ ਜੈ ਸਿੰਘ ਪੰਡ ਚੱਕਣ ਤੋਂ ਪਹਿਲਾਂ ਪੁੱਛਦਾ ਇਹਦੇ ਵਿੱਚ ਹੈ ਕੀ? ਉਹ ਕਹਿੰਦੇ ਇਹਦੇ ਵਿੱਚ ਤਮਾਕੂ ਬੰਨ੍ਹਿਆ ਹੋਇਆ, ਤਮਾਕੂ ਦੀ ਪੰਡ ਹੈ। ਭਾਈ ਜੈ ਸਿੰਘ ਕਹਿੰਦਾ ਮੈਂ ਇਹ ਤਮਾਕੂ ਨਹੀਂ ਚੱਕਣਾ ਸਿਰ 'ਤੇ। ਕਹੋ ਸਤਿਨਾਮ ਸ੍ਰੀ। ਹੋਰ ਕੋਈ ਵਜਨ ਚੁਕਾ ਦਿਓ, ਭਾਵੇਂ ਐਦੋਂ ਦੁੱਗਣਾ ਚੁਕਾ ਦਿਓ, ਪਰ ਮੈਂ ਇਹ ਤਮਾਕੂ ਵਾਲੀ ਪੰਡ ਸਿਰ 'ਤੇ ਨਹੀਂ ਰੱਖਣੀ ਆਪਣੇ। ਹੁਣ ਤੁਹਾਨੂੰ ਪਤਾ ਵੀ ਮੁਗਲਾਂ ਦਾ ਰਾਜ ਹੈ, ਜਿਹਦਾ ਰਾਜ ਉਸੇ ਦੀ ਗੁਰੂ ਪਿਆਰੋ ਤਾਕਤ ਹੁੰਦੀ ਹੈ, ਜਿਸ ਦੀ ਲਾਠੀ ਉਸੇ ਦੀ ਭੈਂਸ ਹੁੰਦੀ ਹੈ, ਮੱਝ ਹੁੰਦੀ ਹੈ। ਤਾਂ ਜੈ ਸਿੰਘ ਨੇ ਜਵਾਬ ਦੇਤਾ। ਉਹ ਕਹਿੰਦੇ ਵੇਖ ਤੈਨੂੰ ਇਹ ਛੱਡ ਕੇ ਆਉਣਾ ਪੈਣਾ, ਤੂੰ ਭਾਵੇਂ ਮਜ਼ਦੂਰੀ ਦੁੱਗਣੀ ਲੈ ਲਾ, ਚੌਗਣੀ ਲੈ ਲਾ, ਇਹ ਪੰਡ ਛੱਡ ਕੇ ਆ, ਤੈਨੂੰ ਛੱਡਣੀ ਪੈਣੀ ਹੈ। ਉਹ ਕਹਿੰਦਾ ਭਾਵੇਂ ਤੁਸੀਂ ਕਿੰਨੀ ਮਜ਼ਦੂਰੀ ਦਿਓ, ਪਰ ਮੈਂ ਇਹ ਪੰਡ ਸਿਰ 'ਤੇ ਨਹੀਂ ਰੱਖਣੀ। ਅਤੇ ਜਿਹਨੂੰ ਕਹਿੰਦੇ ਨਾ ਪੁੱਠੀਆਂ ਖੱਲਾਂ ਲਵਾਈਆਂ, ਉਹ ਭਾਈ ਜੈ ਸਿੰਘ ਨੂੰ ਸਜ਼ਾ ਦਿੱਤੀ ਸੀ ਇਹਨਾਂ ਤੁਰਕਾਂ ਨੇ। ਕਹੋ ਸਤਿਨਾਮ ਸ੍ਰੀ। ਦਰੱਖਤ ਦੇ ਨਾਲ ਪੁੱਠਾ ਲਮਕਾ ਕੇ ਰੰਬੀ ਦੇ ਨਾਲ ਉਸ ਦੇ ਸਰੀਰ ਤੋਂ ਜਿਹੜਾ ਚਮੜਾ ਸੀ ਉਹ ਉਧੇੜਿਆ ਗਿਆ। ਹੁਣ ਬੰਦੇ ਦੀ ਚਮੜੀ ਤਾਂ ਕਿੰਨੀ ਕੁ ਮੋਟੀ ਹੈ। ਚਰਖੜੀਆਂ 'ਤੇ ਚੜ੍ਹੇ, ਪੁੱਠੀਆਂ ਖੱਲਾਂ ਲਵਾਈਆਂ, ਤੱਤੀਆਂ ਤਵੀਆਂ 'ਤੇ ਬੈਠੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਦੇਗਾਂ ਵਿੱਚੋਂ ਵਾਲੇ ਗਏ। ਇਹ ਸਾਰਾ ਇਤਿਹਾਸ ਹੋਇਆ ਹੈ ਸੱਚੀ ਮੁੱਚੀ, ਐਵੇਂ ਨਹੀਂ ਲਿਖਿਆ। ਅਤੇ ਭਾਈ ਜੈ ਸਿੰਘ ਨੂੰ ਤੰਬਾਕੂ ਦੀ ਪੰਡ ਸਿਰ 'ਤੇ ਨਾ ਚੱਕ ਕੇ ਲਿਜਾਣ ਕਰਕੇ ਇਹ ਦਰੱਖਤ ਦੇ ਨਾਲ ਪੁੱਠਾ ਲਮਕਾ ਕੇ ਪੈਰ ਤਾਹਾਂ ਬੰਨ੍ਹ ਕੇ ਉਹਨਾਂ ਦੇ, ਔਰ ਰੰਬੀ ਦੇ ਨਾਲ ਉਹਨਾਂ ਦਾ ਜਿਹੜਾ ਹੈ ਚਮੜਾ ਗਿੱਟਿਆਂ ਤੋਂ ਲੈ ਕੇ ਥੱਲੇ ਨੂੰ ਉਹਨਾਂ ਨੇ ਛਿੱਲਣਾ ਕੀਤਾ। ਹੁਣ ਲਿਖਣਾ ਤਾਂ ਕੀ ਸੀ ਚਮੜੇ 'ਚੋਂ, ਪਰ ਉਹਨਾਂ ਨੇ ਇੱਦਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਪਰ ਸਿੰਘ ਨੇ ਗੁਰੂ ਨੂੰ ਯਾਦ ਰੱਖਿਆ, ਚਾਹੇ ਗੁਰੂ ਉਹਨਾਂ ਸਾਹਮਣੇ ਨਹੀਂ ਦਿਖਾਈ ਦਿੰਦਾ, ਪਰ ਸਿੱਖ ਨੂੰ ਇਹ ਪਤਾ ਕਿ ਗੁਰੂ ਮੈਨੂੰ ਦੇਖਦਾ ਹੈ। ਐਸਾ ਕੋਈ ਵੀ ਥਾਂ ਨਹੀਂ
जिथे गुरु सानू ना देखदा होवे तां ते असीं ऐसा काम नहीं करना जिहड़ा गुरु दे एंटी जांदा। पेई अड़ै धन कंत संभाले, ये जीव इस्त्री मात लोक दे पेकिਆਂ ਵਿੱਚ ਰਹਿੰਦੀ मालक नूं गुरु नूं याद रखे। गुर प्रसादी वेखै नाले, हमेशा गुरु परमेश्वर नूं अपने नाल जाने। इदां करन दे नाल की होवेगा? फिर कै सहज रहै रंग राती, मालक नूं याद करके मालक दा रंग चढ़िया रहेगा। ਜਦੋਂ कोई बच्ची अपने मालक नूं याद करती है तो उसनूं उसकी याद भी आउंदी है तो उसका स्वरूप भी दिखाई दे जाता है। इस तरह ही सानू उस मालक नूं हमेशा याद रखना चाहिए। किते भी होइए वो हर थां ते साडे नाल है। गुर मेरे संग सदा है नाले, सिमर सिमर ते सदा संभाले। उन्होंने याद कर करके हमेशा दिमाग च रखो कि मेरा गुरु मेरे नाल है, तो फिर की होवेगा? फिर कैसे ज रहे रंग राती, शब्द श्रृंगार बना बनिया। मालक दे रंग विच रंगियां रहिंदियां ਉਹ रूहां ਜਿਹੜੀਆਂ हमेशा मालक नूं नाल जाणदियां ते उन्हां दे हिरदे विच हमेशा मालक दा शब्द वाह गुरु वाह गुरु वाह गुरु वाह गुरु ये चलदा रहिंदा। मालक दा नाम उन्हां दी जवान ते चलदा रहिंदा। वो शब्द दा श्रृंगार करदियां। एक संसारी इस्त्री श्रृंगार करदी है सोने दा, गहणियां दा, गुरु प्यारो सोने चांदी दा, लाल कपड़ियां दा, हत्थां ते मेहंदी दा, लाल बिंदी दा, केसां नूं बाहुणा, पट्टियां बाहुणियां, ये सारे श्रृंगार इस्त्री दे आ मालक नूं खुश करन लई, पति नूं खुश करन लई। पर जिहड़ा परमेश्वर दा भगत है, सिख है, नाम जपण वाली रूह है, ਉਹਦਾ श्रृंगार ये नहीं। इस पक्ष तो साडा जीवन हुंदा उन्हां दा, पर अंदर शब्द दा श्रृंगार हुंदा है। गुरमुख रोम रोम हर ध्यावे, हमेशा वाहिगुरु 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 गुरु दे बख्शे नाम नूं जपदियां। शब्द श्रृंगार बना बनिया, जिन्हां दा ऐसा जीवन है। सफल जन्म जिन्ह सतगुर पाया, उन्हां दा जीवन सफला हो गया। जिन्हां ने गुरु नूं मिलना कीता, जिन्हां ने सतगुर नूं प्राप्त किया, उन्हां दा जन्म सुधर गया। वो जिस काम लई बंदे बन के आए सी वो काम कर लिया। बंदा होए सो बंदगी गहे। उन्हां ने गुरु नूं पुछ के, गुरु दे लड़ ला के, गुरु तों गल पुछ के उस रस्ते ते चल पे। सफल जन्म जिन्हां सतगुर पाया, दूजा भाव गुर शब्द जलाया। दूजा भाव दवैत भावना, ईरखा दुई दवैत, निंदा चुगली साड़ा, ये माड़ियां सोचां उन्हां दे दिमाग चों नैगेटिव सोचां डिलीट हो गईयां, निकल गईयां। क्योंकि नाम एक ऐसी वस्तु है, जिस तरह लखां वां लकड़ां नूं एक डब्बी दी सीख वाधू है ना, इस तरह ही ये जिहड़े साडे अंदर माड़ी सोच है, नैगेटिव सोच है, किसी दे नाल ईरखा करनी, किसी दी निंदा चुगली करनी, किसी नूं माड़ा देखना, कहना, सोचना, ये चीज़ां नूं परमेश्वर दा वाहिगुरू मंत्र जिहड़ा वो खत्म कर दिंदा है। फिर साडे अंदर प्रेम पैदा हुंदा है, फिर सारियां नाल प्रेम हुंदा है। ना काहू से दोस्ती, ना काहू से वैर वाली घटना घटदी है। फिर जदों जीव ऐसा जीवन बतीत करदा है, उन्हां दे अंदरों दवैत भाव निकल जांदी है। दूजा भाव गुर शब्द जलाया, एको रव रहिया घटे अंतर। वो दुनिया विच भी उहनूं देखदे है, आप दे विच भी उहनूं देखदे है। जिस तरह जितने भी बच्चे बच्चियां ब्याहे जाते हैं, उन्हां दी लगभग पोशाक इक्को जी हुंदी है। लाल रंग के चोले, लाल रंग के लहंगे, लाल रंग के वस्त्र, लाल रंग के श्रृंगार। तो कई बारी जदों इकट्ठे ब्याह हुंदे आ 10-10, 12-12, तो जदों सारियां दे इक्को ਜਿਹੇ वस्त्र पाए जाते हैं, फिर पछाण नहीं हुंदी कौन किहदा है, सारे इक्को जी लगदे आ। इस तरह ही जदों अंदर नाम का रंग चढ़ गया, फिर सारियां विच ही वो दिखाई देन लगदा। कहो सतनाम सी, वो मेरा मालक, मेरा सतगुरु, फिर हरेक थां ते दिसदा। प्रीतम जी कहंदे, एको रब रहिया घाटी अंतर। जिन्हों आपदे विचों वेखिया, वो दूजियां विचों भी दिसन लगदा। मिल सत संगत हर गुण गावणिया। इहो सत्संग नाल मिल के आपां नूं भी हरि दे गुण गाउणे चाहिए।
सतगुर ना सेवे सो काहे आया। जिहड़ा दुनिया विच मनुख बन के आया है, बई जे गुरु वाला ही नहीं बनता फिर मनुख बन के आउण दा की फायदा। बंदा होए सो बंदगी गह, भई प्राप्त मनुख दे हुरिया, गोबिंद मिलन की एहो तेरी बरिया। अवर काज तेरा कितै ना काम, मिल साध संगत भज केवल ना। भावें कैटागरी कोई भी है तुहाडी, काम कोई भी करदे हो, किरत कोई भी करदे हो, पर साडा सब दा एक साझा काम है गुरु वाले बनना। को सतनाम श्री। बच्ची किसी दी भी होवे, अमीर दी होवे, गरीब दी होवे, राजे दी होवे, रंक दी होवे, जात पात करके गुरु प्यारो नीवी जात दी होवे, उच्ची जात दी होवे, पर शादी सब दी करनी पैंदी आ। को सतनाम श्री। इस तरह ही असी कोई भी हाँ, किसी तरह के भी हाँ, गुरु वाले सब नूं बनना चाहिए। आपां मनुख हाँ, बंग के बंगाली है कि दिल्ली के दिलवाली है, भाव कितों का कोई भी मनुख होवे, न्यारे न्यारे भेष को प्रभाव है। हुण पंजाब का भेख होर है, साडा वस्त्र कपड़े, हरियाणे का भेष होर है, राजस्थान बागड़ का होर भेष है, तेलंग देश का होर भेष है, बंगाल का होर भेष होना। कपड़िया का भेष बाहर अलग अलग होगा, पर अंदर बंदे बुढ़ियां तो एको जी है सारे। को सतनाम श्री। उस तो भी अगे चलो, बाहरों असी अनेकों तरह दीयां बाणियां, अनेकों तरह दीयां बोलियां बोलते होवांगे, कोई अंग्रेजी, कोई पंजाबी, कोई हिंदी, कोई तेलगू, पर अंदर आत्मा तो सारियां दी इक्को ही आ। को सतनाम श्री। उस आत्मा नूं पति परमात्मा की लोड़ है। जिवें एक बच्ची की शादी करनी जरूरी है, इस तरह गुरु वाला बनना भी बड़ा जरूरी है। गुरु की लड़ लगी है। प्रीतम जी अगे कहते सतगुर ना सेवे सो काहे आया। बई जिहड़ा बंदा बन के आया हुण गुरु वाला नहीं बनता, परमेश्वर नूं सिमरदा नहीं, वो लैण की आया। जे वही पशुओं वाले काम ही रखने सी, फिर तो पशु चंगे सी। करतूत पशु की मानस जात, लोक पचारा करे दिन रात, फिर बंदे बनाउण दी की लोड़ सी सानूं। तो प्रीतम जी कहते सतगुर ना सेवै सो काहे आया। धृग जीवन बिरथा जन्म गवाया। धृग है उन्हां दे जिउण दे, उन्हां ने मनुखा जीवन की कदर नहीं की। किड्डा कीमती 84 लाख जून का राजा, इस धरती में तेरी सिकदारी, अवर जोन तेरी पनिहारी। की असी उठां तो, बलदां तो, पशुआं तो काम नहीं लैंदे? कि वो साडा पानी नहीं भरदे, भाव साडी मजदूरी करदे आ। खेतीबाड़ी असी करते सी उठां बलदां दे नाल, चौक मशीनरी आ गई, पशुआं दे कोलों दुध प्राप्त करते हैं। तो मनुख जिहड़ा है 84 लाख जून का राजा है। इस धरती में तेरी सिकदारी, अवर जोन तेरी पनिहारी। अब तू सीज भावें नहीं सीजै कर, सवरे मन प्रभ ध्याई जै। धन्नवाद। सतगुर ना सेवै सो काहे आया। धृग जीवन बिरथा जन्म गवाया। मन मुख नाम चित न आवे, बिन नावे बहु दुख पावनिया। जिहड़े मन मर्जी करते आ, मन मत करते आ, मन दे मगर लग के, गुरमत नूं छड्ड के, त्याग के मन मर्जियां करते न, पातशाह जी कहते वो जीवन में दुखी होंदे आ। भाई आओ जिन श्रेष्ठ साजी सोई जाने, वो साडियां सारियां लोड़ां नूं जाणदा जिहने सानूं साजे है। कि एक इस्त्री, एक बच्ची अपने घर रहिंदी है तो वह पति बाहरों सारा समान लिया के नहीं दिंदा। बीबियां घरे रहिंदियां, मनुख बाहरों सारा सौदा लियाउंदे आ, अरेंजमेंट करते हैं, भावें उधार लियाउंदे आ, भावें जिवें मर्जी लियाउंदे आ, चाहे नगद लियाउंदे आ, पर लैके तो मनुख घरे सौदे सारे आउंदा ना। उस तरह ही परमेश्वर जी ने सानू साजिया है, वो साडियां लोड़ां नूं जाणदा है। कहो सतनाम श्री। जिन उपाई रंग रवाई, बैठा वेखै वख अकेला। जिन्हें मनुखता नूं बनाया है, मनुखता नूं पालदा भी आ। वो जिन्हें सानू साजिया, सानू निगाह भी रख रहा है। जिन श्रेष्ठ साजी सोई जाने, आपे मेले शब्द पछाणै। तुसीं थोड़ा जिहा उद्यम करो, गुरु कोले आओ, जिवें आप जी रोजाना आउंदे हो, बहुत वधिया गल है, धन्नवाद। इसे गल दा करदा हाँ कि आप जी प्यार नाल बैठ के सरवण करदे हो, तुहाडे काम दी गल है ये। क्योंकि गुरु ग्रंथ साहिब जी की बाणी ये मनुखता दी है, शरीर दी है, आल वर्ल्ड के जीवां दी है, किसी पंजाबियां दी नहीं कली, ये हर मनुख दी है। मानस की जात सब है एक पहचान वो,
करता करीम सोई राज कर रहीम होई, दूसरो न भेद कोई, भूल भरम मानवो। इस तरह 10वें पातशाह ने बचन कीते। ये गुरबाणी जिहड़ी है साडे शरीर दी आ, ते शरीर सारिਆਂ ਕੋਲ ਇੱਕੋ ਜਿਹਾ ਹੀ ਆ, कोई फर्क नहीं। बाहरले भेस दे नाल कोई फर्क नहीं पैंदा गा, बाहरले कपड़िਆਂ नाल कोई फर्क नहीं पैंदा। हर मनुखता दी गल है बाणी दे विच। प्रीतम जी कहंदे आओ चन शन गुरु एक पैंडा, जाए चल सतगुरु कोट पैंडा। आगे होए लेत है भावनी, भगत होए कौडी अगर भाग राखै। सतगुरु ताहे सर्ब निधान, दान देत है। जिन शिष्ट साजी सोई जानै, आपे मेलै शब्द पछाणै। नानक नाम मिलिया तिन जन को। बाकी दाता तो बहुत दिंदा। जिन दिया तो पावन अमोला। देखो हवा सानू अमोलक। आ पिछे जे करोना वेले जो लैनी पई आक्सीजन सिलेंडर वाली, तो किन्ने भाव मिली। तो परमेश्वर ने फैक्ट्री लाई हुई आक्सीजन की। आ सारे दरख्त जिहड़े आ ये आक्सीजन बनाउंदे आ साडे वास्ते। तो परमेश्वर ने इहदा कोई मुल नहीं लिया। जिन दिया तुद बामन अमोला, जिन दिया तुद नीर नरमोला। पवित्र चिट्टा पानी, निर्मल पानी दिता पीण वास्ते। जिन दिया तुद पाप घवलना, साह लैण नूं आक्सीजन, पीण नूं पानी, और सारे लोड़ां पूरियां करन वास्ते अग दिती। जिन दिया तुद पवन अमोला, जिन दिया तुद नीर मोला, जिन दिया तुद पवन। ये सारियां दातां दित्तियां। सो क्यों विसरै जिन सब किश दिया। सो क्यों विसरै जे जीवन जीया। फिर क्यों ना इसे मालक का शुक्रिया करिए बई। प्रीतम जी आखिरी पंक्ति विच कहंदे नानक नाम मिलिया तिन जन को, जिन तुर मस्तक लेख लिखावणिया। दातां दे नाल नाल श्रोमणी दात, नाम दी दात, ये किसे किसे नूं दिंदा जिन्हां दे वड्डे भाग हुंदे आ। नाम दी दात ये किसे किसे नूं मिलदी है, वड्डे भागां वालियां नूं। भावें कि पालदा सारियां नूं ही है, उन्हां नूं भी पालदा जिहड़े रब नूं गालां कढदे आ, रोटी उन्हां नूं भी दे दिंदा। कहो सतनाम श्री। रोटी सारे खा के सौंदे आ, पर जिहड़ी श्रोमणी दात है, बख्शो जी सिखां नूं सिੱਖੀ दान, केस दान, रहत दान, विसाहो दान, विवेक दान, भरोसा दान, ते गाह दाना सिर दान, नाम दान। ये आपां दात मंगदे आ रोजाना अरदास करके। जे किते सानू नाम की दात मिल जाए, साडा मनुखा जीवन लेना सफला हो जाए, दुनिया विच आउणा सफल हो जाए। आखिरी पंक्ति विच बाबा जी कहंदे ये किहनूं मिलदा है। नानक नाम मिलिया तिन जन को, जिन तुर मस्तक लेख लिखावणिया। जिन्हां दे धुरों ही मत्थे दे विच लिखिया, तिन्हां नूं गुरु आन मिलिया। हुण गुरु प्यारो बाबा नानक आप जाके मिलिया। जे बाबा नानक चार उदासियां करके ना जांदा, दुनिया नूं की पता लगना सीगा। उस तरह ही जिवें खेत का जिमींदार खेत गेड़ा मारन आप जांदा है, इस तरह परमेश्वर दुनिया विच गेड़ा मारन आया। भुले भटकियां नूं सीधे रस्ते पाउण वास्ते आए। भूलै मार्ग जिन्हें बताया, ऐसा गुर बड़भागी पाया। सिमर मना राम नाम चितारे, वस रहे हृदय गुर चरण प्यारे। ऐसा परिपूर्ण परमेश्वर परमात्मा धन गुरु नानक जिन्हां दे वड्डे भाग सन, उन्हां नूं जाके मिलिया और उन्होंने सीधे रस्ते पाया। तो आप जी दे भी वड्डे भाग हैं जो रोजाना गुरु चरणों में पहुँच के हाजरियां लवाउंदे हो, गुरु जी सरबन करते हो, मनुखा जन्म का मकसद जानते हो, समझते हो। कोशिश करिए इस मकसद नूं असीं ग्रहण करिए जिंदगी दे विच कि असी लैन की आए हैं। भई प्राप्त मनुख दे हुरिया, गोबिंद मिलन की एहो तेरी वरिया। अवर काज तेरा कितै ना काम, मिल साध संगत भज केवल नाम। सरंजाम लाग, सरंजाम दा हुंदा छेती कर, इंतजाम कर। सरंजाम लाग भवजल तरन कै, संसार समुंदर चों निकलण दी तैयारी कर। सरंजाम लाग भवजल तरन कै, नहीं तो फिर जन्म बिरथा जात रंग माया कह रहाओ। जप तप संयम धर्म ना कमाया, सेवा साध न जानिया हर राया। कहो नानक हम नीच करम्मा, बेनती करया करो। कहो नानक हम नीच करम्मा, सन परे की रखो शर्मा। महाराज कृपा करके सोनू ही लाज आ, असी तेरी शरण विच आ, सानू रख लै। खैर इसी पवित्र शब्द के विचार 8 पदे पूरे होए। अगला शब्द आरंभ करते हैं सतगुरु माज महला चौथा। इत्थों तक तीजे पातशाह की बाणी आपां सरवण की माज राग चों। अगे चौथे पातशाह जी का शब्द चलता है आद पुरख अपरंपर आपे,
ਆਪੇ ਥਾਪੇ ਥਾਪਿਓ ਥਾਪੇ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਨਿਆ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।